ਸ਼੍ਰੀ ਰਾਗ ਮਹੱਲਾ ਪੰਜਵਾਂ। ਸੰਤ ਜਨਹੁ ਸੁਣ ਭਾਈਓ, ਛੂਟਨ ਸਾਚੈ ਨਾਏ। ਗੁਰ ਕੇ ਚਰਨ ਸਰੇਵਣੇ, ਤੀਰਥ ਹਰਿ ਕਾ ਨਾਉ। ਆਗੈ ਦਰਗਹਿ ਮੰਨੀਐ, ਮਿਲੈ ਨਿਥਾਵੈ ਥਾਉ। ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ। ਪੂਰਨ ਅਲਖ ਅਭੇਵ ਰਹਾਉ। ਸਤਿਗੁਰ ਵਿਟਹੁ ਵਾਰਿਆ, ਜਿਨ ਦਿੱਤਾ ਸਚਾ ਜਿਨ ਦਿੱਤਾ ਸਚ ਨਾਉ। ਆਨ ਦਿਨ ਸੱਚ ਸਲਾਹਣਾ, ਸੱਚੇ ਕੇ ਗੁਣ ਗਾਓ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਉ। ਸਾਸ ਗਿਰਾਸ ਨ ਵਿਸਰੈ, ਸਫਲ ਮੂਰਤ ਗੁਰ ਆਪ। ਗੁਰ ਜੇਵਡ ਅਵਰ ਨ ਦਿਸਈ, ਆਠ ਪਹਰ ਤਿਸ ਜਾਪ। ਨਦਰ ਕਰੇ ਤਾਂ ਪਾਈਐ, ਸਚ ਨਾਮ ਗੁਣ ਤਾਸ। ਗੁਰ ਪਰਮੇਸ਼ਰ ਏਕ ਹੈ, ਸਭ ਮੇਰਿਆ ਸਮਾਏ। ਜਿਨ ਕਉ ਪੂਰਬ ਲਿਖਿਆ, ਸਈ ਨਾਮ ਧਿਆਏ। ਨਾਨਕ ਗੁਰ ਸ਼ਰਣਾਗਤੀ, ਮਰੈ ਨਾ ਆਵੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਜੋ ਸ਼੍ਰੀ ਰਾਗ ਦੀ ਅੰਮ੍ਰਿਤਮਈ ਪਾਵਨ ਵਿਚਾਰ ਕਾਫੀ ਸਮੇਂ ਤੋਂ ਚੱਲ ਰਹੀ ਸੀ, ਜਿਸ ਦੇ ਵਿੱਚ ਨਿਰੰਤਰ ਗੁਰੂ ਸ਼ਬਦਾਂ ਦੀ ਵਿਚਾਰ ਜਿੰਨੀ ਕੁ ਸਮਝ ਆਉਂਦੀ ਹੈ, ਜਿੰਨੀ ਕੁ ਪੱਲੇ ਪੈਂਦੀ ਹੈ, ਉਹ ਆਪ ਦੇ ਨਾਲ ਸਾਂਝੀ ਕਰਦਾ ਹਾਂ। ਕਿਉਂਕਿ ਮਨ ਦੀ ਇਹ ਭਾਵਨਾ ਰਹਿੰਦੀ ਹੈ ਕਿ ਵੱਧ ਤੋਂ ਵੱਧ ਗੁਰਮਤਿ ਨੂੰ ਗੁਰਬਾਣੀ ਦੇ ਰਾਹੀਂ ਜਾਣਿਆ ਜਾਵੇ। ਕਿਉਂਕਿ ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਗੁਰਮਤਿ ਮਿਲਣੀ ਹੈ। ਗੁਰਮਤਿ ਕੀ ਹੈ? ਗੁਰੂ ਦੀ ਮੱਤ 'ਤੇ ਤੁਰਨਾ। ਅਤੇ ਗੁਰੂ ਦੀ ਮੱਤ ਸਮੋਈ ਹੈ ਗੁਰੂ ਦੀ ਅੰਮ੍ਰਿਤਮਈ ਉਪਦੇਸ਼ਾਂ ਦੇ ਵਿੱਚ। ਅਤੇ ਗੁਰੂ ਦੇ ਅੰਮ੍ਰਿਤਮਈ ਉਪਦੇਸ਼ ਸਮੋਏ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਜੇ ਇੰਝ ਕਹਿ ਲਓ ਕਿ ਪਲ ਪਲ ਦੀ ਹਰ ਇੱਕ ਕਦਮ ਦੀ ਜਿਹੜੀ ਨਸੀਹਤ ਹੈ, ਉਹ ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਸਾਨੂੰ ਸਮਝਾਉਂਦੀ ਹੈ, ਸਾਨੂੰ ਦਿੰਦੀ ਹੈ। ਅਸੀਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਅਤੇ ਸਿਰਫ ਮੱਥੇ ਹੀ ਟੇਕਣ ਤੱਕ ਸੀਮਤ ਰਹਿ ਗਏ ਹਾਂ। ਰਮਾਲੇ ਪਵਾਤੇ ਨੇ ਸਾਹਿਬਾਂ 'ਤੇ ਅਸੀਂ, ਮਹਿੰਗੇ ਤੋਂ ਮਹਿੰਗੇ ਰਮਾਲਿਆਂ ਦੀ ਲੜਾਈਆਂ ਨੇ, ਪਰ ਸੱਚ ਜਾਣਿਓ ਕਦੀ ਵੀ ਕੋਈ ਸਤਿਗੁਰੂ ਦੇ ਕੋਲ ਨਹੀਂ ਬਹਿੰਦਾ। ਜਦ ਤੱਕ ਅਸੀਂ ਗੁਰੂ ਜੀ ਦੇ ਕੋਲ ਨਹੀਂ ਨਾ ਬਵਾਂਗੇ, ਆਪ ਬਾਣੀ ਨਹੀਂ ਪੜ੍ਹਾਂਗੇ। ਇਹ ਕਿਤੇ ਵੀ ਨਹੀਂ ਲਿਖਿਆ ਕਿ ਇਸ ਤਰੀਕੇ ਦਾ ਹੀ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬਹਿ ਸਕਦਾ ਹੈ। ਹਰ ਇੱਕ ਸਿੱਖ, ਹਰ ਇੱਕ ਮਨੁੱਖ ਆਪਣੇ ਆਪ ਨੂੰ ਸਤਿਗੁਰ ਦੇ ਨਾਲ ਜੋੜ ਸਕਦਾ ਹੈ। ਸਾਡੀਆਂ ਤਮਾਮ ਮੁਸੀਬਤਾਂ ਦਾ ਹੱਲ, ਸਾਡੇ ਜੀਵਨ ਦੀਆਂ ਇੱਛਾਵਾਂ ਦਾ ਹੱਲ, ਸਾਡੇ ਜਿਹੜੀਆਂ ਮਨਸ਼ਾਵਾਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਦਾ ਜਿਹੜਾ ਬੇਸ ਆ, ਜਿਹੜਾ ਇਹਨੂੰ ਸਮਝਾਉਣਾ, ਜੇ ਸਮਝਾਉਣਾ ਹੈ ਮਨ ਨੂੰ, ਅਤੇ ਉਹ ਸਮਝਣਾ ਹੈ ਮਨ ਸਤਿਗੁਰ ਦੀ ਮੱਤ ਨਾਲ। ਸੋ ਰੋਜ਼ਾਨਾ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਅਸੀਂ ਗੁਰਮਤਿ ਨੂੰ ਜਾਣੀਏ, ਗੁਰਮਤਿ ਨੂੰ ਸਮਝੀਏ। ਅਤੇ ਗੁਰਮਤਿ ਨੂੰ ਸਮਝਣ ਵਾਸਤੇ ਸਾਡੇ ਕੋਲ ਸਭ ਤੋਂ ਵੱਡਾ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਅੱਜ ਦਾ ਪਾਵਨ ਸ਼ਬਦ ਜੋ ਆਪ ਜੀ ਨੇ ਹੁਣੇ ਹੁਣੇ ਪਾਠ ਰੂਪ ਦੇ ਵਿੱਚ ਸਰਵਣ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 53 ਦੇ ਉੱਤੇ, ਪੰਨਾ ਨੰਬਰ 53 ਦੇ ਉੱਤੇ ਸੁਭਾਏਮਾਨ ਹੈ। ਸ਼ਬਦ ਦਾ ਅੱਜ ਦਾ ਨੰਬਰ ਆ 100 ਨੰਬਰ ਸ਼ਬਦ ਹੈ। ਅਤੇ ਧੰਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਇਹ ਸ਼ਬਦ ਆਖਰੀ ਸ਼ਬਦ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਇਹ
4 ਬੰਦਾਂ ਦੇ ਵਿੱਚੋਂ ਇਸ ਤੋਂ ਅੱਗੇ ਫਿਰ ਅਸ਼ਟਪਦੀਆਂ ਚਾਲੂ ਹੋਣਗੀਆਂ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੀ ਜਿਹੜਾ ਮੁੱਖ ਭਾਵ ਹੈ ਉਹ ਰਹਾਉ ਦੀਆਂ ਪੰਕਤੀਆਂ 'ਚ ਹੈ। ਜਿਵੇਂ ਮੈਂ ਅੱਗੇ ਵੀ ਬੇਨਤੀ ਕਰਦਾ ਹਾਂ, ਜੇ ਸਤਿਗੁਰੂ ਦੇ ਪੂਰਨ ਸਮੁੱਚੇ ਗੁਰੂ ਸ਼ਬਦ ਨੂੰ ਸਮਝਣਾ ਹੈ ਤੇ ਜਿਹੜਾ ਸਬਜੈਕਟ ਹੈ, ਜਿਹੜਾ ਵਿਸ਼ਾ ਹੈ, ਉਹ ਰਹਾਉ ਦਾ ਬੰਦ ਹੈ। ਬਾਕੀ ਜਿਹੜੇ ਬੰਦ ਨੇ ਉਹ ਇਸ ਰਹਾਉ ਦੇ ਬੰਦ ਨੂੰ ਹੋਰ ਸਮਝਾਉਣ ਵਾਸਤੇ ਪ੍ਰਗਟਾਏ ਗਏ ਹਨ। ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਨੇ, ਭਾਈ ਰੇ ਸਾਚੀ ਸਤਿਗੁਰ ਸੇਵ। ਭਾਈ ਰੇ, ਇਹ ਮੇਰੇ ਵੀਰ, ਇਹ ਮੇਰੇ ਭਰਾ। ਸਾਚੀ ਮਤਲਬ ਸਦਾ ਅਟਲ ਰਹਿਣ ਵਾਲੀ, ਜਿਹਦੇ ਵਿੱਚ ਕੋਈ ਕਿਸੇ ਦੀ ਟਸ ਨਹੀਂ, ਕਿਸੇ ਦੀ ਮਸ ਨਹੀਂ, ਜਿਹਦੇ ਵਿੱਚ ਕੋਈ ਮੈਲ ਨਹੀਂ, ਜਿਹਨੂੰ ਪ੍ਰਾਪਤ ਕਰਕੇ, ਜਿਹੜੀ ਸੇਵਾ ਕਰਕੇ ਹਿਰਦਾ ਨਿਰਮਲ ਹੋਵੇਗਾ। ਤੇ ਕਹਿੰਦੇ ਜੇ ਕੋਈ ਇਹੋ ਜਿਹੀ ਸਦਾ ਸਦੀਵੀ ਰਹਿਣ ਵਾਲੀ ਜੇ ਕੋਈ ਸਾਚੀ ਸੇਵ ਆ ਨਾ, ਤੇ ਉਹ ਕਹਿੰਦੀ ਹੈ ਸਤਿਗੁਰ ਸੇਵ। ਸਤ ਮਤਲਬ ਸਦਾ ਅਟਲ ਰਹਿਣ ਵਾਲਾ, ਜੋ ਪੂਰਨ ਸੱਚ ਹੈ, ਜੋ ਨਿਰਮਲ ਸੱਚ ਹੈ। ਗੁਰ ਦਾ ਮਤਲਬ ਗਿਆਨ, ਉਹ ਸੱਚ ਦਾ ਗਿਆਨ ਜੋ ਤੇਰੇ ਜੀਵਨ ਵਿੱਚ ਸੱਚਾਈ ਪ੍ਰਗਟ ਕਰ ਦੇਵੇ। ਅਸੀਂ ਜੋ ਕੁਝ ਵੀ ਕਰਦੇ ਹਾਂ ਝੂਠ ਦੇ ਤਲ 'ਤੇ ਕਰਦੇ ਹਾਂ, ਵਿਖਾਵੇ ਦੇ ਤਲ 'ਤੇ ਕਰਦੇ ਹਾਂ। ਬਹੁਤਾ ਸਾਡਾ ਜੀਵਨ ਐਸਾ ਹੀ ਹੈ ਕਿ ਅਸੀਂ ਜੋ ਕੁਝ ਅੰਦਰੋਂ ਹਾਂ ਉਹ ਬਾਹਰੋਂ ਨਹੀਂ ਅਸੀਂ ਦੱਸਦੇ, ਅਤੇ ਜੋ ਬਾਹਰੋਂ ਹਾਂ ਉਹ ਅਸੀਂ ਅੰਦਰੋਂ ਨਹੀਂ ਹੈਗੇ। ਇਸੇ ਕਰਕੇ ਸਾਡੀ ਸੇਵਾ ਵੀ ਲੋਕ ਵਿਖਾਵੇ ਦੀ ਹੈ। ਬਹੁਤਾਤ ਤੁਸੀਂ ਦੇਖੋਗੇ ਮਨੁੱਖ ਸੇਵਾ ਕਰਕੇ ਵੀ ਹੰਕਾਰੀ ਹੋ ਜਾਂਦਾ ਹੈ। ਜਿਹੜਾ ਨਿੱਤ ਆ ਕੇ ਜੋੜੇ ਝਾੜਦਾ ਹੈ ਉਹ ਇਹੀ ਕਹਿੰਦਾ ਹੈ ਕਿ ਹੁਣ ਮੈਂ ਹੀ ਝਾੜਾਂ, ਮੈਂ ਹੁਣ ਕਿਸੇ ਨੂੰ ਇੱਥੇ ਜੋੜੇ ਝਾੜਨ ਹੀ ਨਹੀਂ ਦੇਣੇ। ਜਿਹੜਾ ਤੱਪੜਾਂ ਦੀ ਸੇਵਾ ਕਰਦਾ ਹੈ, ਕੋਈ ਗੁਰਦੁਆਰੇ ਸੇਵਾ ਕਰਦਾ ਹੈ, ਹਰ ਇੱਕ ਮਨੁੱਖ ਉਸ ਸੇਵਾ ਦੇ ਵਿੱਚੋਂ ਚਾਹੀਦਾ ਤੇ ਸੀ ਕਿ ਮਨ ਨਿਮਰਤਾ ਅਤੇ ਨਿਵਾਣਤਾ ਵੱਲ ਜਾਂਦਾ, ਬਲਕਿ ਹੋ ਕੀ ਰਿਹਾ ਹੈ, ਇਹ ਸੇਵਾਵਾਂ ਮਨੁੱਖ ਨੇ ਲੋਕ ਵਿਖਾਵੇ ਵਾਸਤੇ ਕਰਨੀਆਂ ਚਾਲੂ ਕਰ ਲਈਆਂ ਨੇ, ਜਿਹਦਾ ਨਤੀਜਾ ਕੀ ਹੈ, ਇਸ ਸੇਵਾ ਨੇ ਮਨੁੱਖ ਦਾ ਮਨ ਮੈਲਾ ਕੀਤਾ ਹੈ, ਮਨੁੱਖ ਦੇ ਮਨ ਨੂੰ ਹੋਰ ਮੈਲਾ ਕਰ ਦਿੱਤਾ ਹੈ। ਕਿਉਂਕਿ ਅਸੀਂ ਆਪਣੇ ਮਨ ਨੂੰ ਨਿਰਮਲ ਕਰਨ ਦੀ ਬਜਾਏ ਇਸ ਸੇਵਾ ਦੇ ਹੰਕਾਰ ਨੂੰ ਆਪਣੇ ਜੀਵਨ 'ਚ ਚਾੜਿਆ ਹੈ। ਜਿਵੇਂ ਕੋਈ ਮਨੁੱਖ ਕਹਿੰਦਾ ਹੈ ਕਿ ਮੈਂ ਇੰਨੀਆਂ ਬਾਣੀਆਂ ਮੈਨੂੰ ਕੰਠ ਹੈ, ਅਤੇ ਉਹ ਦੂਜੇ ਨੂੰ ਦੱਸਣਾ ਚਾਹੁੰਦਾ ਹੈ ਕਿ ਮੈਂ ਇੰਨੀਆਂ ਬਾਣੀਆਂ ਕੰਠ ਕੀਤੀਆਂ ਨੇ। ਉਹ ਵੀਰ ਮੇਰਿਆ, ਉਹ ਭਰਾ, ਇਹ ਬਾਣੀਆਂ ਤੂੰ ਆਪਣੇ ਵਾਸਤੇ ਕੰਠ ਕੀਤੀਆਂ ਨੇ, ਲੋਕਾਂ ਵਾਸਤੇ ਨਹੀਂ। ਜੇ ਤੂੰ ਸੇਵਾ ਕਰ ਰਿਹਾ ਆਪਣੇ ਵਾਸਤੇ ਕਰ ਰਿਹਾ, ਲੋਕਾਂ ਵਾਸਤੇ ਨਹੀਂ। ਜਦੋਂ ਸਾਨੂੰ ਇਹ ਗੱਲ ਸਮਝ ਆ ਜਾਵੇਗੀ ਨਾ ਕਿ ਜੋ ਇਹ ਗਿਆਨ ਜਦੋਂ ਪ੍ਰਾਪਤ ਹੋ ਜਾਵੇਗਾ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਇਹ ਮੇਰਾ ਆਪਣੇ ਵਾਸਤੇ ਹੈ, ਤਾਂ ਸਾਹਿਬ ਕਹਿੰਦੇ ਜੇ ਕੋਈ ਸੱਚ ਹੈ, ਜੇ ਕੋਈ ਸਦੀਵੀ ਹੈ, ਜੇ ਕੋਈ ਸਦਾ ਅਟਲ ਰਹਿਣ ਵਾਲੀ ਕੋਈ ਗੱਲ ਹੈ, ਉਹ ਕੀ ਹੈ? ਸਤਿਗੁਰ ਸੇਵ। ਉਹ ਹੈ ਗੁਰੂ ਦੀ ਸੇਵਾ। ਅਤੇ ਗੁਰੂ ਦੀ ਸੇਵਾ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਿਹੜੀ ਹੈ? ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਪ੍ਰਮਾਤਮਾ ਦੀ ਸੇਵਾ, ਗੁਰੂ ਦੀ ਸੇਵਾ ਇਹ ਹੈ ਕਿ ਤੂੰ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਵਸਾ। ਵੱਧ ਤੋਂ ਵੱਧ ਧੰਨ ਗੁਰਬਾਣੀ ਨੂੰ ਪੜ੍ਹ, ਵਿਚਾਰ ਪੜ੍ਹ, ਸਮਝ ਤੂੰ ਹੈ ਕੀ ਆ। ਜਦ ਤੱਕ ਅਸੀਂ ਆਪਣੇ ਆਪੇ ਨੂੰ ਨਹੀਂ ਜਾਣਦੇ, ਆਪਣੇ ਆਪੇ ਨੂੰ ਨਹੀਂ ਸਮਝਦੇ। ਮਨੁੱਖ ਦੀ ਪ੍ਰੋਬਲਮ ਇਹ ਹੈ ਕਿ ਮਨੁੱਖ ਨੇ ਬਾਹਰ ਦਾ ਗਿਆਨ ਬਹੁਤ ਇਕੱਠਾ ਕੀਤਾ ਹੈ। ਅਸੀਂ ਵਿਦਵਾਨ ਤੇ ਹਾਂ, ਅਸੀਂ ਗਿਆਨੀ ਵੀ ਹਾਂ, ਅਸੀਂ ਸੂਝਵਾਨ ਵੀ ਹਾਂ, ਬਾਣੀ ਦੇ ਬੜੇ ਡੂੰਘੇ ਡੂੰਘੇ ਅਰਥ ਵੀ ਕਰਦੇ ਹਾਂ, ਬੜੀ ਵਿਆਕਰਣ ਵਾਲੇ ਪੱਖ ਨੂੰ ਵੀ ਅਸੀਂ ਮਜ਼ਬੂਤ ਰੱਖ ਕੇ ਅਰਥ ਕਰਦੇ ਹਾਂ, ਪਰ ਸੱਚ ਜਾਣਿਓ ਇਹ ਕਿਰਦਾਰ ਵਿੱਚ ਨਜ਼ਰ ਨਹੀਂ ਆਉਂਦਾ। ਗੁਰਬਾਣੀ ਵਿਦਵਤਾ ਦੱਸਣ ਵਾਸਤੇ ਨਹੀਂ ਹੈ, ਗੁਰਬਾਣੀ ਵਿਦਵਾਨ ਬਣਨ ਵਾਸਤੇ ਨਹੀਂ ਹੈ। ਗੁਰਬਾਣੀ ਇੱਕ ਕਿਰਦਾਰ ਆ। ਇਹ ਉਹ ਥਿਊਰੀ ਹੈ, ਉਹ ਪ੍ਰੈਕਟੀਕਲ ਜਿਹੜਾ ਸਾਹਿਬਾਨ ਨੇ ਆਪਣੇ ਜੀਵਨ ਵਿੱਚ ਕੀਤਾ। ਜਦੋਂ ਮਨੁੱਖ ਦੇ ਜੀਵਨ ਵਿੱਚ ਸੱਚ ਆ ਜਾਂਦਾ ਨਾ, ਫਿਰ ਉਹ ਸਾਰਿਆਂ ਦੇ ਵਿੱਚ ਸੱਚ ਨੂੰ ਵੇਖਦਾ ਹੈ ਅਤੇ ਹਰ ਮਨੁੱਖ ਦਾ ਦਰਦ ਉਹਨੂੰ ਆਪਣਾ ਲੱਗਦਾ ਹੈ। ਜਿਹਦੇ ਅੰਦਰ ਸਤਿਗੁਰ ਦੀ ਸੇਵਾ ਦੀ ਭਾਵਨਾ ਜਾਗ ਪਵੇ ਅਤੇ ਸਾਹਿਬ ਕਹਿੰਦੇ ਉਹਦਾ ਸੁਭਾਅ ਕੀ ਹੈ? ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਏ। ਹੁਣ ਵਿੱਚ ਦੁਨੀਆ ਦੀ ਸੇਵਾ ਕੀ ਹੈ? ਜਿਵੇਂ ਅੱਜ ਕਿਸੇ ਉੱਤੇ ਅਤਿਆਚਾਰ ਹੋ ਰਿਹਾ, ਜਿਵੇਂ ਕਿਸੇ ਦਾ ਹੱਕ ਕੋਈ ਮਰ ਰਿਹਾ, ਅਤੇ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ, ਉਸ ਤਾਕਤ ਦੇ ਖਿਲਾਫ ਆਪਣਾ ਸਿਰ ਚੁੱਕਣਾ ਜਿਹੜੀ ਤਾਕਤ ਮਨੁੱਖ ਨੂੰ ਤਬਾਹ ਕਰ ਰਹੀ ਹੈ। ਇਹੀ ਹੈ ਮਨੁੱਖਤਾ ਦੀ ਸੇਵਾ। ਅਤੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਅਗਲੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਨੇ, ਸਤਿਗੁਰ ਤੁਠੈ ਪਾਇਆ ਪਾਈਐ ਪੂਰਨ ਅਲਖ ਅਪੇਵ। ਸਤਿਗੁਰ ਤੁਠੈ ਪਾਈਐ, ਬੜੀਆਂ ਪਿਆਰੀਆਂ ਪੰਕਤੀਆਂ ਨੇ। ਜਦੋਂ ਸੱਤ ਤੱਤੇ ਨੂੰ ਸਿਹਾਰੀ ਹੈ, ਗੁਰ ਰਾਰੇ ਨੂੰ ਫਿਰ ਕੋਈ ਔਂਕੜ ਨਹੀਂ ਹੈ। ਭਾਵ ਸਤਿਗੁਰੂ ਤੁਠੈ ਪਾਈਐ, ਸਤਿਗੁਰੂ ਤਰੁੱਠ ਪਿਆ ਹੈ। ਗੁਰੂ ਦਾ ਗਿਆਨ ਸੱਚ ਹੁਣ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ। ਸੱਚ ਦਾ ਗਿਆਨ ਮੇਰੇ ਹਿਰਦੇ ਵਿੱਚ ਉਛਾਲਾ ਮਾਰ ਉੱਠਿਆ ਹੈ। ਪੂਰਨ ਅਲਖ ਅਪੇਵ,
ਹੁਣ ਪੂਰਨ ਅਲੱਖ, ਅਲੱਖ ਮਤਲਬ ਉਹ ਜੋਤ, ਉਹ ਗਿਆਨ ਦਾ ਸਾਗਰ ਮੇਰੇ ਹਿਰਦੇ ਦੇ ਅੰਦਰ ਜਾਗ ਪਿਆ ਹੈ ਅਤੇ ਮਨ ਪਰਮਾਤਮਾ ਦੇ ਵਿੱਚ ਅਭੇਦ ਹੋਣ ਲੱਗ ਪਿਆ ਹੈ। ਹੁਣ ਰੱਬ ਵਰਗਾ ਜੀਵਨ ਬਣਨ ਲੱਗ ਪਿਆ ਹੈ, ਰੱਬ ਵਰਗਾ ਕਿਰਦਾਰ। ਜਿਸ ਤਰ੍ਹਾਂ ਪਰਮਾਤਮਾ ਨਿਰਭਉ ਹੈ, ਨਿਰਵੈਰ ਹੈ, ਮੇਰਾ ਜੀਵਨ ਵੀ ਉਸ ਫਲਸਫੇ 'ਤੇ ਤੁਰਨ ਲੱਗ ਪਿਆ ਹੈ। ਇਹ ਨੇ ਰਹਾਉ ਦੀਆਂ ਪੰਕਤੀਆਂ। ਅਤੇ ਪਹਿਲੀ ਪੰਕਤੀ ਇਸ ਪਾਵਨ ਸ਼ਬਦ ਦੀ। ਸਾਹਿਬ ਜੀ ਹੁਣ ਬਾਕੀ ਜਿਹੜੇ ਨੇ ਉਹ ਪ੍ਰਮਾਣ ਦੇ ਰਹੇ ਨੇ ਇਸ ਰਹਾਉ ਦੀ ਪੰਕਤੀ ਨੂੰ ਦ੍ਰਿੜ ਕਰਨ ਵਾਸਤੇ, ਰਹਾਉ ਦੀਆਂ ਪੰਕਤੀਆਂ ਨੂੰ ਹੋਰ ਖੂਬਸੂਰਤੀ ਵਿੱਚ ਬਾਹਰ ਪ੍ਰਗਟਾਉਣ ਵਾਸਤੇ ਬਾਕੀ ਬੰਦ ਇਹਦੇ ਆਲੇ ਦੁਆਲੇ ਪ੍ਰਮਾਣ ਦਿੱਤੇ ਜਾ ਰਹੇ ਨੇ, ਜੋ ਮਨੁੱਖ ਉਸ ਸਮੇਂ ਦਾ ਧਾਰਮਿਕ ਤਲ ਦੇ ਉੱਤੇ ਬਾਹਰਲਾ ਵਿਖਾਵਾ ਕਰਨ ਵਾਸਤੇ ਕਰ ਰਿਹਾ ਸੀ। ਕੋਈ ਤੀਰਥਾਂ 'ਤੇ ਜਾ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ, ਕਿਸੇ ਨੇ ਦਰਗਾਹ ਬਾਹਰ ਮੰਨੀ ਹੋਈ ਸੀ, ਕੋਈ ਕਹਿੰਦਾ ਸੀ ਬਾਹਰ ਆ ਕੋਈ ਦਰਗਾਹ। ਜਿਵੇਂ ਅੱਜ ਵੀ ਅਸੀਂ ਕਹਿ ਦਿੰਦੇ ਹਾਂ ਰੱਬ ਉੱਪਰ ਆ, ਜਦ ਕਿ ਰੱਬ ਤੇ ਸਾਡੇ ਅੰਗ ਸੰਗ ਹੈ, ਸਾਡੇ ਨਾਲ ਆ। ਅਸੀਂ ਰੱਬ ਨੂੰ ਹਮੇਸ਼ਾ ਆਪਣੇ ਤੋਂ ਵੱਖਰਾ ਸਮਝਿਆ, ਜਿਹਦੇ ਕਰਕੇ ਸਾਡੇ ਅੰਦਰ ਹਉਮੈ ਆ, ਅਹੰਕਾਰ ਆ। ਅਸੀਂ ਰੱਬ ਨੂੰ ਜਦੋਂ ਆਪਣੇ ਨਾਲ ਵਸਦਾ ਹੱਸਦਾ ਸਮਝਾਂਗੇ ਨਾ, ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਵੇਗੀ। ਉਦੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਸੇ ਤੋਂ ਹੋਵੇਗੀ, ਉਦੋਂ ਆਪਣੇ ਆਪ ਹਿਰਦਾ ਨਿਰਮਲ ਹੋਣ ਲੱਗ ਪਵੇਗਾ। ਅਤੇ ਸਾਹਿਬ ਕਹਿੰਦੇ ਸੰਤ ਜਨ ਹੋ ਸੁਣ ਭਾਈਓ, ਛੂਟਣ ਸਾਚੈ ਨਾਏ। ਸਾਹਿਬ ਕਹਿੰਦੇ ਹੇ ਸੱਚ ਦੇ ਰਾਹ 'ਤੇ ਚੱਲਣ ਵਾਲਿਓ ਗੁਰਮੁਖੋ, ਇਹ ਗੱਲ ਧਿਆਨ ਨਾਲ ਕੰਨ ਲਾ ਕੇ ਸੁਣ ਲਓ ਮੇਰੇ ਵੀਰੋ, ਛੂਟਣ ਸਾਚੈ ਨਾਏ। ਜੇ ਛੁਟਕਾਰਾ ਹੋਣਾ ਵਾ ਨਾ, ਅਤੇ ਉਹ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਕੇ ਹੀ ਆਉਣਾ ਹੈ। ਜਦ ਤੱਕ ਭਾਵੇਂ ਤੁਸੀਂ ਕਿੰਨਾ ਨੱਠੀ ਜਾਓ, ਕਿੰਨਾ ਦੌੜੀ ਜਾਓ, ਸੱਚ ਸੱਚ ਹੀ ਰਹਿਣਾ ਹੈ। ਅਸੀਂ ਹਮੇਸ਼ਾ ਸੱਚ ਤੋਂ ਦੌੜਦੇ ਹਾਂ, ਮਰਨਾ ਸੱਚ ਹੈ, ਇਹ ਤੋਂ ਅਸੀਂ ਦੌੜਦੇ ਹਾਂ, ਅਸੀਂ ਕੋਈ ਮਰਨਾ ਨਹੀਂ ਚਾਹੁੰਦਾ। ਜਿਹੜੀਆਂ ਜੀਵਨ ਦੀਆਂ ਸੱਚਾਈਆਂ ਸਾਡੇ ਸਾਹਮਣੇ ਆ ਰਹੀਆਂ ਨੇ, ਅਸੀਂ ਉਸ ਸੱਚਾਈਆਂ ਤੋਂ ਡਰਦੇ ਹਾਂ। ਉਹਦੇ ਨਾਲ ਮੁਕਾਬਲਾ ਕਰਨ ਦੀ ਬਜਾਏ, ਉਹਦੇ ਨਾਲ ਲੜਨ ਦੀ ਬਜਾਏ, ਅਸੀਂ ਉਹਨਾਂ ਸੱਚ ਦੀਆਂ ਪ੍ਰਸਥਿਤੀਆਂ ਤੋਂ ਦੌੜਦੇ ਹਾਂ। ਇਸੇ ਕਰਕੇ ਮਨੁੱਖ ਅੱਜ ਇਸ ਹਾਲਾਤ ਵਿੱਚ ਆ ਕਿ ਮਨੁੱਖ ਅੱਜ ਆਪਣੀ ਬਰਬਾਦੀ ਆਪ ਕਰ ਰਿਹਾ ਹੈ, ਕਿਉਂਕਿ ਮਨੁੱਖ ਜੋ ਕੁਝ ਕਰ ਰਿਹਾ ਹੈ ਇਹ ਆਪਣੇ ਆਪ ਨੂੰ ਛੁਪਾਉਣ ਵਾਸਤੇ ਕਰ ਰਿਹਾ ਹੈ। ਅਤੇ ਸਾਹਿਬ ਕਹਿੰਦੇ ਸੰਤ ਜਨਹੋ ਸੁਣ ਭਾਈਓ, ਛੂਟਣ ਸਾਚੇ ਨਾਏ। ਹੇ ਗੁਰਮੁਖ ਪਿਆਰਿਓ, ਹੇ ਮੇਰੇ ਵੀਰੋ, ਹੇ ਭਰਾਓ, ਜੇ ਤੁਸੀਂ ਆਪਣੇ ਆਪ ਦਾ ਛੁਟਕਾਰਾ ਪਾਉਣਾ ਚਾਹੁੰਦੇ ਹੋ ਅਤੇ ਸੱਚ ਜਾਣਿਓ, ਪਰਮਾਤਮਾ ਦੇ ਅਟਲ ਰਹਿਣ ਵਾਲੀ ਸੱਚਾਈ ਜਿਹੜੀ ਹੈ, ਜੋ ਇਸ ਤੁਹਾਡੇ ਨਾਲ ਵਰਤ ਰਿਹਾ ਹੈ, ਉਹ ਸੱਚ ਦੇ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਓ। ਗੁਰ ਕੇ ਚਰਨ ਸਰੇਵਣੇ ਤੀਰਥ ਹਰਿ ਕਾ ਨਾਉ। ਹੁਣ ਜਦੋਂ ਸੱਚ ਦਾ ਗਿਆਨ, ਜਿਹੜਾ ਗੁਰੂ ਦਾ ਗੁਰ ਜਦੋਂ ਮੇਰੇ ਹਿਰਦੇ ਦੇ ਵਿੱਚ ਆ ਵਸੇਗਾ, ਜਦੋਂ ਮੇਰੇ ਹਿਰਦੇ ਦੇ ਵਿੱਚ ਆ ਪ੍ਰਗਟ ਹੋਵੇਗਾ, ਉਦੋਂ ਕੀ ਹੋਵੇਗਾ? ਗੁਰ ਕੇ ਚਰਨ। ਹੁਣ ਗੁਰੂ ਦੇ ਚਰਨ ਕਿਹੜੇ ਨੇ? ਅਸੀਂ ਜਦੋਂ ਇੱਥੇ ਚਰਨਾਂ ਦੀ ਸ਼ਬਦਾਂ ਦੇ ਉੱਤੇ ਆਉਂਦੇ ਹਾਂ ਅਤੇ ਸਾਡਾ ਧਿਆਨ ਦੇਹ ਪ੍ਰਥਾ ਵੱਲ ਚੱਲ ਜਾਂਦਾ, ਜਦ ਕਿ ਗੁਰਮਤਿ ਤੇ ਕਹਿੰਦੀ ਹੈ ਸ਼ਬਦ ਗੁਰੂ। ਗੁਰੂ ਦਾ ਸਿੱਖ ਦਾ ਸ਼ਬਦ ਅਤੇ ਸਿੱਖ ਦਾ ਗੁਰੂ ਅਤੇ ਸ਼ਬਦ ਆ। ਫਿਰ ਇਹਦਾ ਮਤਲਬ ਗੁਰੂ ਦੇ ਚਰਨ ਕਿੱਥੇ ਨੇ? ਗੁਰੂ ਦੇ ਚਰਨ ਗੁਰੂ ਦੇ ਸ਼ਬਦ ਵਿੱਚ ਨੇ, ਸ਼ਬਦ ਹੋਂਦ ਆ। ਜਿਵੇਂ ਸਾਡੀ ਹੋਂਦ ਸਾਡੇ ਪੈਰਾਂ 'ਤੇ ਆ, ਤਿਵੇਂ ਹੀ ਗਿਆਨ ਦੀ ਹੋਂਦ ਸ਼ਬਦ ਉੱਤੇ ਹੈ। ਅਸੀਂ ਸ਼ਬਦਾਂ ਵਿੱਚੋਂ ਗਿਆਨ ਪ੍ਰਾਪਤ ਕਰਦੇ ਹਾਂ, ਅੱਖਰਾਂ ਦੇ ਵਿੱਚੋਂ ਗਿਆਨ ਪ੍ਰਾਪਤ ਕਰਦੇ ਹਾਂ, ਵੇਖ ਕੇ ਗਿਆਨ ਪ੍ਰਾਪਤ ਕਰਦੇ ਹਾਂ, ਸੁਣ ਕੇ ਗਿਆਨ ਪ੍ਰਾਪਤ ਕਰਦੇ ਹਾਂ। ਵੇਖਿਆ ਵੀ ਸ਼ਬਦ ਜਾ ਰਿਹਾ ਹੈ, ਸੁਣਿਆ ਵੀ ਸ਼ਬਦ ਜਾ ਰਿਹਾ ਹੈ, ਪਰ ਬੋਲਿਆ ਵੀ ਸ਼ਬਦ ਜਾ ਰਿਹਾ ਹੈ। ਗੁਰ ਕੇ ਚਰਨ ਸਰੇਵਣੇ। ਸਾਹਿਬ ਕਹਿੰਦੇ ਗੁਰੂ ਦੇ ਗਿਆਨ ਰੂਪੀ ਸ਼ਬਦਾਂ ਰੂਪੀ ਚਰਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾ। ਫਿਰ ਕੀ ਸਮਝ ਆਵੇਗਾ? ਤੀਰਥ ਹਰਿ ਕਾ ਨਾਉ। ਫਿਰ ਸਮਝ ਆ ਜਾਵੇਗਾ ਸਭ ਤੋਂ ਵੱਡਾ ਧਾਰਮਿਕ ਜੀਵਨ ਜਿਉਣ ਦਾ ਜਿਹੜਾ ਕੋਈ ਤੀਰਥ ਆ ਨਾ, ਉਹ ਪਰਮਾਤਮਾ ਦਾ ਗਿਆਨ ਆ, ਪਰਮਾਤਮਾ ਦਾ ਨਾਮ ਆ। ਆਗਹਿ ਦਰਗਹਿ ਮੰਨੀ ਹੈ। ਹੁਣ ਦਰਗਾਹ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਜੇ ਰੱਬ ਸਾਡੇ ਅੰਦਰ ਆ ਨਾ, ਅਤੇ ਦਰਗਾਹ ਵੀ ਸਾਡੇ ਅੰਦਰ ਹੀ ਹੈ। ਦਰ ਮਤਲਬ ਦਰਵਾਜ਼ਾ, ਗਾਹ ਮਤਲਬ ਲੰਘਣ ਵਾਲਾ। ਸਾਹਿਬ ਕਹਿੰਦੇ ਫਿਰ ਚੇਤਾ ਰੱਖੀ, ਜਿਸ ਦਰਗਾਹ ਦੇ ਵਾਸਤੇ ਲੋਕੀ ਇਹੋ ਜਿਹੇ ਅੰਧ ਵਿਸ਼ਵਾਸ ਫੈਲਾਉਂਦੇ ਰਹੇ ਨੇ, ਬਈ ਤੂੰ ਚੰਗੇ ਆਹ ਕੰਮ ਕਰ, ਆਹ ਦਾਨ ਪੁੰਨ ਕਰ, ਤੀਰਥਾਂ 'ਤੇ ਨਹਾ ਜਾ ਕੇ ਤੈਨੂੰ ਅੱਗੇ ਦਰਗਾਹ 'ਚ ਥਾਂ ਮਿਲੂ। ਸਾਹਿਬ ਕਹਿੰਦੇ ਤੇਰੇ ਜੀਵਨ ਦੇ ਵਿੱਚ ਹੀ, ਤੇਰੇ ਅੰਦਰ ਹੀ ਉਹ ਸੱਚ ਦਾ ਘਰ ਹੈ। ਜਿੱਦਣ ਤੂੰ ਆਪਣੇ ਜੀਵਨ ਨੂੰ ਗੁਰੂ ਦੀ ਮੱਤ 'ਤੇ, ਗੁਰੂ ਦੇ ਗਿਆਨ 'ਤੇ ਟਿਕਾ ਲਿਆ ਨਾ, ਉਦਣ ਚੇਤਾ ਰੱਖੀ ਆਗੈ ਦਰਗਹਿ ਮੰਨੀ ਹੈ। ਤੂੰ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰ ਕਰ ਲਵੇਂਗਾ ਕਿ ਰੱਬ ਦੇ ਘਰ ਨੂੰ ਤੂੰ ਸਮਝ ਜਾਵੇਂਗਾ ਅਤੇ ਤੇਰਾ ਜੀਵਨ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਵੇਗਾ। ਤੇਰੇ ਦਰਗਾਹ ਦੇ ਵਿੱਚ ਤੇਰਾ ਮਾਣ ਸਨਮਾਨ ਹੋਵੇਗਾ। ਮਿਲੇ ਨ ਥਾਵੇਂ ਥਾਉ। ਅਤੇ ਸੱਚ ਜਾਣੀ,
ਜਿੱਦਣ ਤੂੰ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਸਮਾ ਲਿਆ ਅਤੇ ਜਿਹੜਾ ਅੱਜ ਤੂੰ ਨਥਾਵਾਂ ਹੋ ਕੇ ਘੁੰਮ ਰਿਹਾ ਹੈ, ਮਨੁੱਖ ਦੀ ਜਿਹੜੀ ਭਟਕਣਾ ਹੈ ਨਾ, ਇਹ ਮਨੁੱਖ ਨੂੰ ਕਿਤੇ ਟਿਕਣ ਨਹੀਂ ਦਿੰਦੀ। ਭਾਵੇਂ ਤੁਸੀਂ ਕਿੰਨਾ ਖੂਬਸੂਰਤ ਘਰ ਬਣਾ ਕੇ ਬੈਠੇ ਹੋਵੋ, ਕੈਸੇ ਸੋਹਣੇ ਸਵਰਗਾਂ ਵਰਗੇ ਦੇਸ਼ ਵਿੱਚ ਬੈਠੇ ਹੋਵੋ, ਪਰ ਜੇ ਤੁਹਾਡਾ ਮਨ ਟਿਕਾਣੇ 'ਚ ਨਹੀਂ, ਫਿਰ ਅਸੀਂ ਨਥਾਵੇਂ ਹੀ ਹਾਂ। ਇੱਥੇ ਨਥਾਵੇਂ ਦਾ ਮਤਲਬ ਆ ਜਦੋਂ ਮਨ ਦਾ ਟਿਕਾਵ ਨਾ ਹੋਣਾ, ਮਨ ਦਾ ਨਾ ਖੜਨਾ। ਸਾਹਿਬ ਕਹਿੰਦੇ ਜਦੋਂ ਮਨ ਗੁਰੂ ਦੇ ਚਰਨਾਂ ਵਿੱਚ ਟਿਕ ਜਾਂਦਾ, ਜਦੋਂ ਇਹ ਆਪਣੇ ਆਪ ਦੀ ਮਨੁੱਖ ਪੜਚੋਲ ਕਰਨ ਲੱਗ ਪੈਂਦਾ, ਆਪਣੇ ਆਪ ਨੂੰ ਲੱਭਣ ਲੱਗ ਪੈਂਦਾ, ਆਪਣੇ ਅੰਦਰ ਦੀ ਦਰਗਾਹ ਨੂੰ ਜਾਣਨ ਲੱਗ ਪੈਂਦਾ ਹੈ, ਗੁਰੂ ਦੇ ਗਿਆਨ ਦੇ ਰਾਹੀਂ ਪ੍ਰਮਾਤਮਾ ਨੂੰ ਸਮਝਣ ਲੱਗ ਪੈਂਦਾ ਹੈ, ਫਿਰ ਉਹ ਆਪਣੇ ਆਪ ਦੇ ਆਤਮਾ ਅਤੇ ਮਨ ਨੂੰ ਟਿਕਾਉਣ ਲੱਗ ਪੈਂਦਾ ਹੈ। ਅਤੇ ਜਿਹੜਾ ਮਨ ਕੱਲ੍ਹ ਤੱਕ ਅੰਦਰੋਂ ਬਾਹਰ ਦੌੜ ਰਿਹਾ ਸੀ ਨਾ, ਹੁਣ ਉਸ ਨੂੰ ਅੰਦਰ ਥਾਂ ਮਿਲਣਾ ਚਾਲੂ ਹੋ ਗਿਆ ਹੈ। ਇਸ ਥਾਵੇਂ ਨੂੰ ਅੰਦਰ ਟਿਕਣਾ, ਥਾਂ ਮਿਲਣਾ ਚਾਲੂ ਹੋ ਗਿਆ ਹੈ। ਪਰ ਇਹ ਸਭ ਕੁਝ ਹੋਇਆ ਕਿਵੇਂ ਹੈ? ਭਾਈ ਰੇ ਸਤ ਸਾਚੀ ਸਤਿਗੁਰੂ ਸੇਵ, ਹੇ ਮੇਰੇ ਭਰਾ, ਹੇ ਮੇਰੇ ਵੀਰ, ਇਹ ਸਾਰੀ ਸਭ ਕੁਝ ਜੋ ਕੁਝ ਇਹ ਪ੍ਰਗਟ ਹੋਇਆ ਹੈ ਨਾ, ਇਹ ਸੱਚੇ ਗਿਆਨ ਦੇ ਰਾਹੀਂ ਚੱਲ ਕੇ ਹੋਇਆ ਹੈ। ਉਹ ਸੱਚ ਨੂੰ ਮੈਂ ਸਮਝਣਾ ਚਾਲੂ ਕਰ ਲਿਆ ਹੈ, ਉਹਨਾਂ ਪ੍ਰਸਥਿਤੀਆਂ ਨੂੰ ਸਮਝਣਾ ਚਾਲੂ ਕਰ ਲਿਆ ਹੈ, ਜਿਨ੍ਹਾਂ ਤੋਂ ਮੈਂ ਕੱਲ੍ਹ ਤੱਕ ਜਿਨ੍ਹਾਂ ਮੁਸ਼ਕਲਾਂ ਤੋਂ ਦੌੜਦਾ ਸੀ, ਜਿਨ੍ਹਾਂ ਮੁਸ਼ਕਲਾਂ ਤੋਂ ਮੈਂ ਨੱਠਦਾ ਸੀ, ਉਹਨਾਂ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਹੈ। ਹੁਣ ਕੀ ਹੋਇਆ ਹੈ? ਹੁਣ ਉਸ ਸੱਚ ਨੂੰ ਸਮਝ ਕੇ ਆਪਣੇ ਅੰਦਰ ਟਿਕਾਵ ਆਉਣਾ ਚਾਲੂ ਹੋ ਗਿਆ ਹੈ। ਸਤਿਗੁਰੂ ਤੁਠੈ ਪਾਈਐ ਪੂਰਨ ਅਲਖ ਅਪੇਵ। ਹੁਣ ਸਤਿਗੁਰੂ ਜੀ ਦਾ ਗਿਆਨ ਮੇਰੇ ਅੰਦਰ ਫੁੱਟ ਪਿਆ ਹੈ, ਮਨ ਨੂੰ ਮੇਰੇ ਉੱਤੇ ਸਤਿਗੁਰੂ ਤਰੁੱਠ ਪਿਆ ਹੈ, ਅਤੇ ਪਾਈਏ ਪੂਰਨ ਅਲਖ ਅਪੇਵ। ਹੁਣ ਪੂਰਨ ਪਰਮਾਤਮਾ ਦੀ ਸਮਝ, ਪੂਰਨ ਪਰਮਾਤਮਾ ਦੀ ਕਿਰਪਾ ਹੁਣ ਜੀਵਨ ਵਿੱਚ ਹੋਣ ਲੱਗ ਪਈ ਹੈ। ਰਹਾਓ ਸਤਿਗੁਰੂ ਵਿਟਹੁ ਵਾਰਿਆ, ਜਿਨ ਦਿੱਤਾ ਸੱਚ ਨਾਉ। ਸਤਿਗੁਰੂ ਵਿਟਹੁ ਵਾਰਿਆ, ਸੱਚ ਦੇ ਗਿਆਨ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰ ਦਿੱਤਾ ਹੈ। ਭਾਵ ਜਿਸ ਸੱਚ ਤੋਂ ਮੈਂ ਦੌੜਦਾ ਸੀ, ਹੁਣ ਉਸ ਸੱਚ ਨੂੰ ਆਪਣੇ ਪੱਲੇ ਬੰਨ੍ਹ ਲਿਆ ਹੈ। ਹੁਣ ਮੈਂ ਆਪਣੇ ਆਪ ਨੂੰ ਉਹਦੇ ਉੱਤੋਂ ਵਾਰ ਦਿੱਤਾ ਹੈ। ਅਤੇ ਕਰ ਕੀ ਰਿਹਾ ਹਾਂ? ਜਿਨ ਦਿੱਤਾ ਸੱਚ ਨਾਉ। ਜਿਸ ਸੱਚ ਗੁਰੂ ਦੇ ਗਿਆਨ 'ਚੋਂ, ਜਿਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਸ਼ਬਦ ਵਿੱਚੋਂ ਮੈਨੂੰ ਜਿਹੜਾ ਸੱਚ ਮਿਲਿਆ ਹੈ, ਮੈਂ ਸਦਾ ਹੁਣ ਐਸੇ ਸੱਚੇ ਨਿਰੰਕਾਰ ਦੇ ਗੁਣ ਗਾਉਣੇ ਚਾਲੂ ਕਰ ਲਏ ਨੇ। ਮੈਂ ਇਸ ਸੱਚ ਦੇ ਗਿਆਨ ਨੂੰ, ਸੱਚ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਹੈ। ਹੁਣ ਜੀਵਨ ਕੈਸਾ ਬਣ ਗਿਆ ਹੈ? ਅੰਦਿਨ ਸੱਚ ਸਲਾਹਣਾ। ਜਿਹੜਾ ਦਿਨ ਰਾਤ ਪਹਿਲਾਂ ਮਨ ਝੂਠ ਦੇ ਰਸਤੇ 'ਤੇ ਚੱਲਦਾ ਸੀ, ਹੁਣ ਸੱਚ ਨੂੰ ਸਲਾਹੁਣ ਲੱਗ ਪਿਆ ਹੈ। ਸਾਚੇ ਕੇ ਗੁਣ ਗਾਓ। ਹੁਣ ਮਨੁੱਖ ਝੂਠਿਆਂ ਦੇ ਗੁਣ ਨਹੀਂ ਗਾਉਂਦਾ, ਹੁਣ ਸੰਸਾਰ ਦੇ ਗੁਣ ਨਹੀਂ ਗਾਉਂਦਾ। ਹੁਣ ਜਦੋਂ ਵੀ ਮੌਕਾ ਮਿਲਦਾ ਹੈ, ਜੀਵ ਕੇਵਲ ਪਰਮਾਤਮਾ ਦੇ ਗੁਣ ਗਾਉਂਦੀ ਹੈ, ਉਹਦੇ ਵਰਗਾ ਬਣਨਾ ਚਾਹੁੰਦੀ ਹੈ। ਕੁਦਰਤ ਦੇ ਵਿੱਚੋਂ ਕਾਦਰ ਨੂੰ ਵੇਖਦਿਆਂ ਵੇਖਦਿਆਂ ਕਾਦਰ ਵਰਗਾ, ਪਰਮਾਤਮਾ ਵਰਗਾ ਰੂਪ ਬਣ ਗਿਆ ਹੈ। ਹੁਣ ਜੀਵਨ ਕੈਸੀ, ਅਗਲੀਆਂ ਪੰਕਤੀਆਂ ਦੇਖੋ ਕੈਸੀਆਂ ਬਾ ਕਮਾਲ ਨੇ। ਹੁਣ ਮੇਰਾ ਖਾਣਾ, ਮੇਰਾ ਭੋਜਨ, ਇੱਕ ਅਸੀਂ ਭੋਜਨ ਖਾਂਦੇ ਹਾਂ ਜਿਹੜਾ ਮੂੰਹ ਨਾਲ ਖਾ ਕੇ ਆਪਣੇ ਪੇਟ ਤੱਕ ਲੈ ਕੇ ਜਾਂਦੇ ਹਾਂ। ਇੱਕ ਭੋਜਨ ਆ ਜੋ ਸਾਡੀ ਆਤਮਾ ਦਾ ਹੈ। ਅਸੀਂ ਉਹ ਭੋਜਨ ਸਦਾ ਝੂਠ ਦਾ ਖਵਾਇਆ ਜੇ ਆਤਮਾ ਨੂੰ, ਅਸੀਂ ਹਉਮੈ ਦਾ ਭੋਜਨ ਖਵਾਇਆ ਹੈ, ਅਸੀਂ ਮੈਂ ਮੇਰੀ ਦਾ ਖਵਾਇਆ ਹੈ, ਝੂਠੀਆਂ ਸਿਫਤਾਂ ਦਾ ਖਵਾਇਆ ਹੈ। ਸਭ ਕਹਿੰਦੇ ਹੁਣ ਜਿਹੜਾ ਮੇਰਾ ਭੋਜਨ ਬਣ ਗਿਆ ਨਾ, ਸੱਚ ਖਾਣਾ, ਹੁਣ ਸੱਚ ਰੂਪੀ ਭੋਜਨ ਮੇਰੇ ਜੀਵਨ ਦਾ, ਆਤਮਾ ਦਾ ਆਧਾਰ ਬਣ ਗਿਆ ਹੈ। ਸੱਚ ਪਹਿਨਣਾ, ਹੁਣ ਮੈਂ ਸੱਚ ਦੇ ਕੱਪੜੇ ਪਾ ਲਏ ਨੇ। ਹੁਣ ਲੋਕ ਵਿਖਾਵੇ ਦੇ ਨਹੀਂ, ਜਿਹੋ ਜਿਹਾ ਮੈਂ ਹਾਂ ਉਹੋ ਜਿਹੇ ਕੱਪੜੇ ਪਾ ਲਏ ਨੇ। ਹੁਣ ਕੇਵਲ ਇੱਕੋ ਇੱਕ ਸੱਚ ਦਾ ਰੰਗ ਹੈ ਚਿੱਟਾ, ਸਫੇਦ ਰੰਗ ਮੈਂ ਓੜ ਲਿਆ ਹੈ। ਹੁਣ ਮੈਂ ਸਮਝ ਆ ਗਿਆ ਹਾਂ, ਸਮਝ ਆ ਗਈ ਹੈ ਕਿ ਹੁਣ ਲੋਕ ਵਿਖਾਵੇ ਨਾਲ ਗੱਲ ਨਹੀਂ ਬਣਨੀ। ਹੁਣ ਜੋ ਕੁਝ ਹੈ ਸੱਚ ਹੈ, ਅਤੇ ਸੱਚ ਨੂੰ ਆਪਣੇ ਜੀਵਨ ਦਾ ਮੈਂ ਕੱਪੜਾ ਬਣਾ ਲਿਆ ਹੈ। ਸੱਚ ਪਹਿਨਣਾ, ਅਗਲੀਆਂ ਪੰਕਤੀਆਂ ਨੇ, ਸੱਚੇ ਸੱਚਾ ਨਾਉ। ਹੁਣ ਜੀਵਨ ਵਿੱਚ ਕੇਵਲ ਜੇ ਕੋਈ ਚੀਜ਼ ਉਜਾਗਰ ਹੋ ਰਹੀ ਹੈ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੀਤ। ਪਰਮਾਤਮਾ ਹੁਣ ਸਾਰਿਆਂ ਦੇ ਵਿੱਚ ਹਾਜ਼ਰ ਨਾਜ਼ਰ ਨਜ਼ਰ ਆਉਣ ਲੱਗ ਪਿਆ ਹੈ। ਉਹਦਾ ਗਿਆਨ, ਉਹਦਾ ਹੁਕਮ ਜੀਵਨ ਦਾ ਆਧਾਰ ਬਣ ਗਿਆ ਹੈ। ਸਾਸ ਗਿਰਾਸ ਨ ਵਿਸਰੈ। ਸਾਸ ਮਤਲਬ ਅੰਦਰ ਜਾਣਾ, ਗਿਰਾਸ ਮਤਲਬ ਬਾਹਰ ਕੱਢਣਾ। ਹੁਣ ਮੇਰਾ ਇੱਕ ਇੱਕ ਪਲ ਅੰਦਰ ਸਾਹ ਆਉਣਾ ਅਤੇ ਬਾਹਰ ਆਉਣਾ ਨਾ ਵਿਸਰੈ। ਹੁਣ ਮੈਂ ਵਿਸਰਦਾ ਨਹੀਂ। ਸਫਲ ਮੂਰਤ ਗੁਰ ਆਪ। ਹੁਣ ਮੇਰੇ ਜੀਵਨ ਦੀ ਜੇ ਕੋਈ ਸਫਲਤਾ ਦੀ ਪੂੰਜੀ ਬਣ ਗਈ ਹੈ ਨਾ, ਅਤੇ ਉਹ ਗੁਰ,
ਪਰਮਾਤਮਾ ਦਾ ਗਿਆਨ, ਗੁਰੂ ਦਾ ਗਿਆਨ, ਗੁਰੂ ਸ਼ਬਦ ਵਿੱਚੋਂ ਜਿਹੜਾ ਪਰਮਾਤਮਾ ਦੀ ਮੂਰਤ ਪ੍ਰਗਟ ਹੋਈ ਆ ਨਾ, ਜਿਹੋ ਜਿਹਾ ਮੇਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਬਾਰੇ ਦੱਸਿਆ ਹੈ, ਹੁਣ ਉਹ ਮੇਰੇ ਜੀਵਨ ਦਾ ਆਧਾਰ ਬਣ ਗਿਆ ਹੈ। ਹੁਣ ਸਮਝ ਆਉਣ ਲੱਗ ਪਈ ਹੈ, ਗੁਰ ਜੇਵਡ ਅਵਰ ਨ ਦਿਸਈ ਆਟ ਪਹਿਰ ਦਿਸ ਜਾਪ। ਹੁਣ ਸਤਿਗੁਰ ਤੋਂ ਵੱਡਾ ਹੋਰ ਕੋਈ ਜੀਵਨ ਵਿੱਚ ਨਜ਼ਰ ਹੀ ਨਹੀਂ ਆਉਂਦਾ। ਹੁਣ ਅੱਠੇ ਪੈਰ, ਅੱਠੇ ਕੜੀਆਂ, ਹਰ ਪਲ, ਹਰ ਸਮਾਂ ਹੁਣ ਇਹ ਮਨ ਸਤਿਗੁਰ ਦੇ ਗਿਆਨ ਤੇ ਗੁਰਮਤਿ ਨਾਲ ਜੁੜਿਆ ਰਹਿੰਦਾ ਹੈ। ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ। ਸਭ ਕਹਿੰਦੇ ਪਰ ਇੱਕ ਗੱਲ ਚੇਤੇ ਰੱਖੀ। ਹੁਣ ਇੱਥੇ ਅਸੀਂ ਜਦੋਂ ਸ਼ਬਦ ਵਰਤਦੇ ਹਾਂ ਨਾ, ਨਦਰ ਕਰੇ ਤਾਂ ਪਾਈਐ, ਨਦਰ ਦਾ ਮਤਲਬ ਹੁੰਦਾ ਵੇਖਣਾ। ਸਭ ਕਹਿੰਦੇ ਜੇ ਤੂੰ ਆਪ ਆਪਣੇ ਆਪ ਨੂੰ ਪਰਮਾਤਮਾ ਦੇ ਗਿਆਨ ਦੇ ਨਾਲ ਜੋੜਨਾ ਚਾਲੂ ਕਰੇਗਾ। ਤੁਹਾਡੇ ਘਰਾਂ ਦੇ ਵਿੱਚ ਕਿਤਾਬਾਂ ਕਿੰਨੀਆਂ ਟੇਬਲ 'ਤੇ ਪਈਆਂ ਹੁਣ, ਪਰ ਜਦ ਤੱਕ ਤੁਸੀਂ ਪੜ੍ਹਦੇ ਆਪ ਨਹੀਂ, ਉਸ ਕਿਤਾਬ ਦਾ ਗਿਆਨ ਤੁਹਾਡੇ ਵਿੱਚ ਨਹੀਂ ਆਉਣਾ। ਇਵੇਂ ਹੀ ਅਸੀਂ ਜੇ ਗੁਰੂ ਦੀ ਨਜ਼ਰ ਲੈਣੀ ਹੈ, ਗੁਰੂ ਦਾ ਗਿਆਨ ਲੈਣਾ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬੈਠ ਕੇ ਇੱਕ ਇੱਕ ਅੱਖਰ ਗੁਰੂ ਸ਼ਬਦ ਦਾ ਜਾਣਨਾ ਤੇ ਸਮਝਣਾ ਪਵੇਗਾ। ਜਦੋਂ ਅਸੀਂ ਇੱਥੇ ਤੁਰਾਂਗੇ ਨਾ, ਤੇ ਸਾਹਿਬ ਕਹਿੰਦੇ ਨਦਰ ਕਰੇ ਤਾਂ ਪਾਈ ਹੈ। ਜੇ ਤੂੰ ਆਪ ਆਪਣੇ ਆਪ ਨੂੰ ਨਦਰ ਦਾ ਪਾਤਰ ਬਣਾਵੇਂ ਤੇ ਗੁਰੂ ਦੇ ਕੋਲ ਬਵੇਂ, ਸੱਚ ਨਾਮ ਗੁਣਤਾਸ, ਗੁਣਤਾਸ ਮਤਲਬ ਗੁਣਾਂ ਦਾ ਖਜ਼ਾਨਾ। ਤੂੰ ਸੱਚ ਦੇ ਗਿਆਨ ਦਾ, ਸੱਚ ਦੇ ਹੁਕਮ ਦਾ, ਪਰਮਾਤਮਾ ਦੀ ਰਹਿਮਤ ਦਾ ਆਪਣੇ ਜੀਵਨ ਦਾ ਖਜ਼ਾਨਾ ਪਰਮਾਤਮਾ ਦੇ ਗੁਣਾਂ ਦਾ ਬਣਾ ਲੈ। ਫਿਰ ਕੀ ਸਮਝ ਆਵੇਗੀ, ਅੱਖਾਂ ਕੀ ਵੇਖਣ ਲੱਗ ਪੈਣਗੀਆਂ। ਗੁਰ ਪਰਮੇਸ਼ਰ ਏਕ ਹੈ ਸਭ ਮੇ ਰਿਹਾ ਸਮਾਏ। ਗਿਆਨ ਗੁਰੂ ਦਾ ਤੇ ਪਰਮੇਸ਼ਵਰ ਪਰਮਾਤਮਾ ਹੁਣ ਸਭ ਇੱਕ ਨਜ਼ਰ ਆਉਣ ਲੱਗ ਪਿਆ ਹੈ। ਹੁਣ ਸਭ ਜਗ੍ਹਾ, ਜ਼ਰਰੇ ਜ਼ਰਰੇ ਦੇ ਵਿੱਚ, ਰੋਮ ਰੋਮ ਦੇ ਵਿੱਚ, ਕਿਣਕੇ ਕਿਣਕੇ ਦੇ ਵਿੱਚ ਹੁਣ ਸਿਰਫ ਪਰਮਾਤਮਾ ਦਿਸਦਾ ਹੈ। ਬੜੀ ਵੱਡੀ ਗੱਲ ਜੇ। ਜਦੋਂ ਰੱਬ ਤੁਹਾਨੂੰ ਸਾਰਿਆਂ ਵਿੱਚ ਨਜ਼ਰ ਆ ਜਾਵੇ ਤੇ ਫਿਰ ਮੇਰ ਤੇਰ ਮੁੱਕ ਜਾਂਦੀ ਹੈ। ਫਿਰ ਮਨੁੱਖ ਦੇ ਅੰਦਰ ਈਰਖਾ, ਨਫ਼ਰਤ ਮੁੱਕ ਜਾਂਦੀ ਹੈ। ਫਿਰ ਮਨੁੱਖ ਕਦੀ ਵੰਡ ਨਹੀਂ ਕਰਦਾ। ਵੰਡਾਂ ਉੱਥੇ ਨੇ ਜਿੱਥੇ ਮੇਰ ਤੇਰ ਆ। ਜਦੋਂ ਇੱਕ ਅੱਖ ਅਕਾਲ ਪੁਰਖ ਨੂੰ ਵੇਖਣ ਲੱਗ ਪੈਂਦੀ ਹੈ, ਜਦੋਂ ਹਰ ਜਗ੍ਹਾ ਇੱਕੋ ਇੱਕ ਨਿਰੰਕਾਰ ਦਿਸਣ ਲੱਗ ਪੈਂਦਾ ਹੈ, ਗੁਰ ਪਰਮੇਸ਼ਰ ਏਕ ਹੈ ਸਭ ਮੇ ਰਿਹਾ ਸਮਾਏ, ਫਿਰ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਸਮੋਇਆ ਦਿਸਣ ਲੱਗ ਪੈਂਦਾ ਹੈ। ਜਿਨ ਕੋ ਪੂਰਬ ਲਿਖਿਆ, ਸਭ ਕਹਿੰਦੇ ਜਿਨ੍ਹਾਂ ਨੇ ਆਪਣਾ ਅੱਜ ਦੇ ਕਰਮ ਨੂੰ ਸੱਚ ਦੇ ਰਾਹ 'ਤੇ ਲਿਖਣਾ ਚਾਲੂ ਕਰ ਲਿਆ, ਜਿਨ੍ਹਾਂ ਨੇ ਅੱਜ ਆਪਣੇ ਜੀਵਨ ਦਾ ਪੈਂਡਾ ਅੱਜ ਤੋਂ ਸੱਚ ਦੇ ਰਸਤੇ 'ਤੇ ਤੁਰ ਲਿਆ, ਸਹੀ ਨਾਮ 'ਤੇ ਆਏ। ਉਹੀ ਇਸ ਸੱਚ ਦੇ ਗਿਆਨ ਨੂੰ, ਇਸ ਵਿਧਾਨ ਨੂੰ, ਗੁਰਮਤਿ ਦੇ ਸਿਧਾਂਤ ਨੂੰ ਆਪਣੇ ਜੀਵਨ 'ਚ ਟਿਕਾਉਂਦੇ ਨੇ। ਨਾਨਕ ਗੁਰ ਸ਼ਰਨਾਗਤੀ ਮਰੇ ਨਾ ਆਵੇ ਜਾਏ। ਕਹਿੰਦੇ ਨਾਨਕ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਹੜੇ ਗੁਰੂ ਸ਼ਬਦ ਰੂਪੀ ਗਿਆਨ ਦੇ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਂਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਸ਼ਬਦ ਵਿੱਚ ਮਰ ਜਾਂਦੇ ਨੇ, ਗੁਰੂ ਸ਼ਬਦ ਵਿੱਚ ਆਪਣੇ ਆਪ ਨੂੰ ਟਿਕਾ ਲੈਂਦੇ ਨੇ, ਮਰੇ ਨਾ ਆਵੇ ਜਾਏ। ਫਿਰ ਉਹ ਕਦੇ ਵੀ ਆਤਮਿਕ ਤੌਰ 'ਤੇ ਨਹੀਂ ਮਰਦੇ, ਨਾ ਉਹ ਨਿਤ ਵਿਕਾਰਾਂ ਦੀਆਂ ਜੋਨਾਂ ਭੋਗਦੇ ਹਨ। ਉਹ ਆਪਣੇ ਜੀਵਨ ਨੂੰ ਸਫਲ ਬਣਾ ਕੇ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਜਾਂਦੇ ਹਨ। ਸੋ ਅੱਜ ਦਾ ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ ਦਾ ਅੱਖਰੀ ਅਰਥ ਆਪ ਜੀ ਦੇ ਸਨਮੁਖ ਰੱਖੇ ਨੇ, ਸ਼ਬਦ ਦਾ ਵਿਸਥਾਰ ਬਹੁਤ ਲੰਬਾ ਹੈ। ਸੋ ਗੁਰੂ ਜੀ ਕਿਰਪਾ ਕਰਨ 100 ਨੰਬਰ ਸ਼ਬਦ ਸ਼੍ਰੀ ਰਾਗ ਦਾ ਆਪ ਜੀ ਨਾਲ ਵਿਚਾਰ ਰੂਪ ਵਿੱਚ ਸਾਂਝਾ ਕੀਤਾ ਗਿਆ ਹੈ। ਬੇਅੰਤ ਭੁੱਲਾਂ ਗਲਤੀਆਂ ਗੁਰਮਤਿ ਗੁਰੂ ਸ਼ਬਦ ਦਾ ਵਿਚਾਰ ਕਰਦਿਆਂ ਹੋਈਆਂ ਨੇ। ਇਹ ਸਿਰਫ ਤੇ ਸਿਰਫ ਇਸ ਕਰਕੇ ਹੈ ਕਿ ਅਸੀਂ ਤੂਕ ਮਾਤਰੀ ਭਾਵੇਂ ਜੁੜੀਏ, ਪਰ ਗੁਰੂ ਦੇ ਗਿਆਨ ਨਾਲ ਜੁੜੀਏ, ਗੁਰੂ ਦੀ ਮੱਤ ਨਾਲ ਜੁੜੀਏ, ਆਪਣੇ ਆਪ ਨੂੰ ਬਿਲਕੁਲ ਸਪਸ਼ਟ ਰੱਖੀਏ। ਜਦ ਤੱਕ ਅਸੀਂ ਆਪ ਆਪਣੀਆਂ ਵਿਚਾਰਾਂ ਦੇ ਤਲ 'ਤੇ ਸਪਸ਼ਟ ਨਹੀਂ ਹੁੰਦੇ, ਤਦ ਤੱਕ ਅਸੀਂ ਕਿਸੇ ਨੂੰ ਕੋਈ ਚੀਜ਼ ਸਮਝਾ ਨਹੀਂ ਸਕਦੇ। ਆਓ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਆਪਣਾ ਅਕੀਦਾ ਭਰੋਸਾ ਮੰਨੀਏ। 35 ਮਹਾਂਪੁਰਖ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਪਰਮਾਤਮਾ ਦੀ ਰਜ਼ਾ ਤੇ ਭਾਣੇ ਵਿੱਚ ਚੱਲਦਿਆਂ ਹੋਇਆਂ ਸੱਚ ਦੇ ਰਾਹ 'ਤੇ ਚੱਲੇ, ਪੁਜਾਰੀਵਾਦ ਦਾ ਰੱਜ ਕੇ ਖੰਡਨ ਕੀਤਾ। ਗੁਰਦੁਆਰੇ ਗਿਆਨ ਦੇ ਕੇਂਦਰ ਨੇ। ਆਓ ਗਿਆਨ ਨੂੰ ਆਪਣੇ ਜੀਵਨ ਵਿੱਚ ਵਸਾਈਏ, ਕਿਉਂਕਿ ਸਿੱਖ ਦਾ ਗੁਰੂ ਗੁਰੂ ਸ਼ਬਦ ਹੈ, ਗੁਰੂ ਗਿਆਨ ਆ। ਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।